राजे यस और नो? यस सर। यस सर। यस सर। यस सर यस क्लियर सर। है। यस सर। बस बस इन्ने ज्यादा नहीं। ओके, levels of reflection again are related ने यस सर। ਸਾਡੀ ਪ੍ਰੋਸੈਸ ਨਾਲ। ਸੋ ਮੈਂ ਇਹਦੇ ਵਿੱਚ ਦੋ ਲੈਵਲ ਲਿਆਂਦੇ ਨੇ, ਉਹਨਾਂ ਨੂੰ ਸ਼ਾਰਟ ਵਿੱਚ ਹੀ ਗੱਲ ਕਰਾਂਗੇ। ਅਗੇਨ ਉਹਨਾਂ ਬਾਰੇ ਬਹੁਤਾ ਗੱਲ ਕਰਨ ਦੀ ਜ਼ਰੂਰਤ ਨਹੀਂ, ਪਰ ਥੋੜਾ ਜਿਹਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਆਪਣੀ ਰਿਫਲੈਕਸ਼ਨ ਨੂੰ ਇੰਪਰੂਵ ਕਰਨ ਵਾਸਤੇ। ਜਦੋਂ ਮੈਂ ਲਿਖਣਾ ਸ਼ੁਰੂ ਕਰਦਾ, ਹੋ ਸਕਦਾ ਮੇਰੀ ਐਕਸਪ੍ਰੈਸ਼ਨ ਇੰਨੇ ਅੱਛੇ ਨਾ ਹੋਣ। ਨੋਰਮਲੀ ਦੇਖਿਆ ਗਿਆ ਜੋ ਲਿਟਰੇਚਰ ਪੜ੍ਹਨ ਵਾਲੇ ਸਟੂਡੈਂਟ ਹੁੰਦੇ ਨੇ, ਇੰਗਲਿਸ਼ ਪੰਜਾਬੀ ਜਿਹਨਾਂ ਨੇ ਲਿਟਰੇਚਰ ਪੜ੍ਹਿਆ ਹੋਇਆ ਅੱਛੀ ਤਰ੍ਹਾਂ, ਉਹ ਆਪਣੀਆਂ ਫੀਲਿੰਗਸ ਨੂੰ ਅੱਛੇ ਢੰਗ ਨਾਲ ਲਿਖ ਲੈਂਦੇ ਨੇ। ਜਿਹੜੇ ਸਾਇੰਸ ਪੜ੍ਹਨ ਵਾਲੇ ਆ, ਮੈਥਮੈਟਿਕਸ ਪੜ੍ਹਨ ਵਾਲੇ ਆ, ਉਹ ਇਸ ਚੀਜ਼ ਨੂੰ ਆਪਣੀ ਫੀਲਿੰਗਸ ਨੂੰ ਨਹੀਂ ਲਿਖ ਪਾਉਂਦੇ, ਉਹ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਆ। ਤੁਸੀਂ ਵੀ ਨਾਰਮਲੀ ਐਕਸਪੀਰੀਅੰਸ ਕੀਤਾ ਹੋਵੇਗਾ, ਜਿਹੜੇ ਲਿਟਰੇਚਰ ਵਾਲੇ ਸਟੂਡੈਂਟ ਨੇ ਉਹ ਕੁਐਸਚਨ ਪੇਪਰ ਵਿੱਚ ਆਨਸਰ ਸ਼ੀਟ ਵਿੱਚ ਬਹੁਤ ਲੈਂਥੀ ਲਿਖ ਦੇਣਗੇ ਤੇ ਮੈਥਸ ਵਾਲੇ ਟੂ ਦਾ ਪੁਆਇੰਟ ਲਿਖ ਕੇ ਗੱਲ ਖਤਮ ਕਰ ਦੇਣਗੇ। ਰੀਜ਼ਨ ਹੈ ਉਹਨਾਂ ਦੀ ਅਬਿਲਿਟੀ ਡਿਵੈਲਪ ਨਹੀਂ ਹੋ ਪਾਈਆਂ। ਠੀਕ ਹੈ, ਉਹਦੇ ਵਾਸਤੇ ਜ਼ਰੂਰੀ ਹੈ ਵੀ ਸਾਨੂੰ ਪਤਾ ਹੋਵੇ ਕਿ ਅਸੀਂ ਕਿਸ ਤਰ੍ਹਾਂ ਇੰਪਰੂਵ ਕਰਨਾ ਹੈ। ਸੋ ਦਾ ਫਸਟ ਇਜ਼ ਡਿਸਕ੍ਰਿਪਸ਼ਨ, ਸਿਰਫ ਡਿਸਕ੍ਰਾਈਬ ਕਰਨਾ। ਮੈਂ ਕਹਿੰਦਾ ਰਿਫਲੈਕਟਿਵ ਜਰਨਲ ਲਿਖੋ ਤੁਸੀਂ ਆਪਣੇ ਕਲਾਸਿਸ ਵਾਸਤੇ, ਤੁਸੀਂ ਇਵੈਂਟ ਨੂੰ ਡਿਸਕ੍ਰਾਈਬ ਕਰ ਦਿੰਦੇ ਜੀ ਅੱਜ ਇਦਾਂ ਹੋਇਆ, ਇੱਕ ਬੱਚੇ ਨੇ ਦੂਜੇ ਤੋਂ ਪੈਨ ਖੋਲਿਆ, ਤੀਜੇ ਨੇ ਉਹਦੇ ਵਿੱਚ ਥੱਪੜ ਮਾਰਤਾ, ਮੈਂ ਉਹਨਾਂ ਨੂੰ ਝੜਕ ਕੇ ਸਾਰਿਆਂ ਨੂੰ ਬਿਠਾਤਾ, ਦੂਸਰਿਆਂ ਨੂੰ ਪਨਿਸ਼ਮੈਂਟ ਦੇਤੀ, ਆਹ ਗੱਲ ਕੋਈ ਗੱਲ। ਠੀਕ ਹੈ, ਪਰ ਇਹਦੇ ਵਿੱਚ ਅਸੀਂ ਕੁਝ ਵੀ ਆਪਣਾ ਰਿਫਲੈਕਸ਼ਨ ਨਹੀਂ ਐਡ ਕੀਤੀ, ਕੁਝ ਵੀ ਐਨਾਲਿਸਿਸ ਨਹੀਂ ਐਡ ਕੀਤਾ, ਕੁਝ ਵੀ ਆਪਣੀਆਂ ਫੀਲਿੰਗਸ ਐਡ ਨਹੀਂ ਕੀਤੀ। ਨੈਕਸਟ ਸਟੈਪ ਇਜ਼ ਡਿਸਕ੍ਰਿਪਟਿਵ ਰਿਫਲੈਕਸ਼ਨ। ਡਿਸਕ੍ਰਾਈਬ ਕਰਨ ਤੋਂ ਬਾਅਦ, ਇਵੈਂਟ ਡਿਸਕ੍ਰਾਈਬ ਕਰਨ ਤੋਂ ਬਾਅਦ ਉਸ ਦਾ ਮੀਨਿੰਗ ਦੱਸਣਾ, ਆਪਣੀਆਂ ਫੀਲਿੰਗਸ ਦੱਸਣੀਆਂ। ਦਿਸ ਇਜ਼ ਡਿਸਕ੍ਰਿਪਟਿਵ ਰਿਫਲੈਕਸ਼ਨ। ਥਰਡ ਇਜ਼ ਡਾਇਲੋਜਿਕ ਰਿਫਲੈਕਸ਼ਨ, ਐਨਾਲਿਸਿਸ ਵੱਲ ਵਧਣਾ। ਰਿਫਲੈਕਸ਼ਨ ਫॉर ਅ ਟਾਈਮ ਰਿਸਪੈਕਟਿਵ ਐਂਡ ਇਨਰ ਡਾਇਲੌਗ, ਤੁਹਾਡੇ ਅੰਦਰ ਕੀ ਚੱਲਿਆ ਉਸ ਨੂੰ ਲੈ ਕੇ, ਉਸ ਨੂੰ ਲਿਖਣਾ ਫਿਰ। ਠੀਕ ਹੈ, ਐਂਡ ਲਾਸਟ ਇਜ਼ ਕ੍ਰਿਟੀਕਲ, ਉਸ ਦੀਆਂ ਇੰਪਲੀਕੇਸ਼ਨ ਬਾਰੇ ਗੱਲ ਕਰਨੀ। ਸਾਰਾ ਕੁਝ ਜੋ ਅਸੀਂ ਸਾਈਕਲ ਦੀ ਗੱਲ ਕੀਤੀ ਸੀ ਉਹੀ ਆਇਆ, ਸਿਰਫ ਫਰਕ ਹੈ ਸਾਈਕਲ ਵਿੱਚ ਅਸੀਂ ਰਾਈਟਿੰਗ ਡਾਊਨ ਦੇ ਸਟੈਪ ਵਾਈਜ਼ ਉਸ ਨੂੰ ਸਮਝਿਆ, ਇਸ ਵਿੱਚ ਅਸੀਂ ਜੋ ਲਿਖ ਰਹੇ ਹਾਂ, ਜੋ ਵਰਡਸ ਅਸੀਂ ਲਿਖ ਰਹੇ ਹਾਂ, ਉਹਨਾਂ ਦੀ ਕੁਆਲਿਟੀ ਦੀ ਗੱਲ ਕਰ ਰਹੇ ਹਾਂ। ਲਿਖਣ ਨੂੰ 4 ਲਾਈਨਾਂ ਮੈਂ ਵੀ ਲਿਖਣਾਗਾ, ਮੈਂ ਮੈਥ ਦਾ ਸਟੂਡੈਂਟ ਹਾਂ ਇਸ ਕਰਕੇ ਮੈਂ ਆਪਣੀ ਐਗਜ਼ਾਮਪਲ ਦੇ ਰਿਹਾ, ਪਰ ਜਿਹੜਾ ਇੱਕ ਪੋਇਟ ਪੋਇਮ ਲਿਖੇਗਾ ਜਾਂ ਇੱਕ ਸਟੋਰੀ ਰਾਈਟਰ ਸਟੋਰੀ ਲਿਖੇਗਾ, ਉਹਦੀ ਗੱਲ ਕੁਝ ਹੋਰ ਹੀ ਹੋਏਗੀ। ਕਿਉਂ? ਕਿਉਂਕਿ ਉਸਨੇ ਆਪਣੇ ਵਰਡਸ ਨੂੰ ਪ੍ਰੋਪਰ ਸੀਕੁਐਂਸ ਵਿੱਚ, ਪ੍ਰੋਪਰ ਵੇ ਨਾਲ ਆਪਣੀਆਂ ਫੀਲਿੰਗ ਨੂੰ ਐਕਸਪ੍ਰੈਸ ਕੀਤਾ ਹੋਏਗਾ। ਮੈਂ ਡਿਸਕ੍ਰਾਈਬ ਕਰਨ ਤੇ ਹੋ ਸਕਦਾ, ਉਹ ਕ੍ਰਿਟੀਕਲ ਥਿੰਕਿੰਗ ਹੋ ਸਕਦਾ। ਅਸੀਂ ਕੋਈ ਪੋਇਮ ਪੜ੍ਹਦੇ ਹਾਂ, ਕਈ ਵਾਰ ਪੋਇਮ ਪੜ੍ਹ ਕੇ ਹਾਂ ਬਹੁਤ ਅੱਛਾ ਲਿਖਿਆ ਹੋਇਆ, ਪਰ ਦੂਜਾ ਪਰਸਨ ਹੁੰਦਾ ਉਹ ਕਹਿੰਦਾ ਯਾਰ ਕਿੰਨੀ ਡੂੰਘਾਈ ਵਿੱਚ ਲਿਖਿਆ ਹੋਇਆ ਉਸੇ। So he is working on critical level. मैं as ordinary reader work कर रहा descriptive level पे। तो ये levels का फर्क है। तो इस level ਨੂੰ ਅਸੀਂ ਸਮਝਣਾ, ਇੱਕ ਦੋ एग्जांपल मैं आगे डिस्कस करांगा, ਉਹਨਾਂ ਵਿੱਚ ਸਾਨੂੰ ਬਹੁਤ ਕਲੈਰਿਟੀ ਹੋਏਗੀ। The second level जो रिफ्लेक्शन दे देते ਉਹ ਵੈਨ ਹੈ, ਵੈਨ ਮੈਨਨ ਨੇ ਦਿੱਤੇ ਸੀਗੇ। ਇਹ ਵੀ ਸੇਮ ਹੀ ਹੈ, ਟੈਕਨੀਕਲ ਰੈਸ਼ਨੈਲਿਟੀ, ਪ੍ਰੈਕਟੀਕਲ ਐਕਸ਼ਨ, ਕ੍ਰਿਟੀਕਲ ਰਿਫਲੈਕਸ਼ਨ। तो उन्हें 4 लेवल डिस्क्राइब किए ने हैटन एंड स्मिथ ने। इसने कितना भी डिस्क्राइब किया, बेसिक थिंग सेम ही है, इवेंट होनी चाहिए और डिस्क्रिप्शन होनी चाहिए। जो टेक्निकल रैशनैलिटी है दैट इज डिस्क्रिप्शन, प्रैक्टिकल एक्शन उसके फीलिंग्स उसके बारे अपने अपने एक्सपीरियंस शेयर करने, एंड क्रिटिकल रिफ्लेक्शन उसकी इंप्लीकेशन की गल करनी। उसने 3 लेवल, इसने 3 लेवल बनाए ने, वैन ने, हैटन ने 4 लेवल बनाए थे। तो सिमिलर ही है, तो ज़्यादा सानू इन्हां दे टेक्निकल जान की जरूरत नहीं है। मेन थिंग इज द फर्स्ट स्टेप इज साडे विचों मैक्सिमम स्टूडेंट्स रिफ्लैक्शन अपनी नहीं लिख रहे होने। कोई है अजिहा स्टूडेंट जिसनूं डेली डायरी लिखण दी हैबिट होवे? एनी स्टूडेंट माइक ऑन करके दस दो या चैट विच लिख दो। कोई है स्टूडेंट? नो। तो ਅਸੀਂ 100% ਲਿਖਣ ਵਾਲੇ ਹੀ ਨਹੀਂ ਹਾਂ, ਸੋ ਐਕਸਪੀਰੀਅੰਸ ਨਹੀਂ ਹੈ, ਅਸੀਂ ਲੋਅਰ ਲੈਵਲ ਤੇ ਹਾਂ। ਇਸ ਪਿਰਾਮਿਡ ਦੇ ਅਸੀਂ ਇਸ ਜਗ੍ਹਾ ਤੇ ਖੜੇ ਹਾਂ, ਇਸ ਜਗ੍ਹਾ ਤੇ ਅੱਜ ਇੱਥੇ ਰੈਡ ਲਾਈਨ ਆ ਰਹੀ ਹੈ, ਪਰ ਅਸੀਂ ਇਸ ਜਗ੍ਹਾ ਤੇ ਜਾਣਾ ਹੈ। ਉਸ ਵਾਸਤੇ ਜ਼ਰੂਰੀ ਹੈ ਇਸ ਸਟੇਅਰ ਦੇ ਜਿਹੜੇ ਸਟੈਪ ਨੇ
इन्हां नूं समझ लिया जावे। तो ये है सिर्फ मॉडल दा जां एस पिरामिड दे असीं इत्थे आ खड़े क्योंकि असीं तां डिस्क्राइब भी नहीं कर रहे क्योंकि डायरी नहीं असीं लिख रहे कुछ भी नहीं लिख रहे तो असीं डिस्क्रिप्शन तो भी नीचे आ असीं पहला समझांगे किसी इवेंट नूं डिस्क्राइब किद्दां करीदा फिर उते रिफ्लेक्ट किद्दां करीदा फिर अपने इमोशंस फीलिंग्स किस तरह उस विच डिस्क्राइब करने ने ते ओदी इंप्लीकेशन बारे किद्दां सोचना दिस will come with experience only in मेरे दसन नाल नहीं आना चाहे मैनू इत्थे तुसीं 2 घंटे होर बुलवा लो चाहे 10 घंटे बुलवा लो तैरना तुसीं उदों ही सीख सकते हो जदों पानी विच वड़ोगे अगर तुहानू इंस्ट्रक्टर पानी दे बाहर खड़ा करके दसदा रहे भी पानी विच वड़ के इस तरह हाथ मारने दा तुसीं स्विमिंग सीख जाओगे तां वो कभी पॉसिबल नहीं है सीखोगे उदों ही जदों खुद पानी विच वड़ जाओगे तो असीं बेस समझते पे हैं आज उस तो बाद इसका एक्सपीरियंस शुरू करना हौली हौली इंप्रूव करते जाओगे ठीक है जी तो इसे करके मैं इन्हां जिहड़े टैक्नीकल लैवल्स ने इन्हां दे बारे कोई ज़्यादा डिटेल विच गल नहीं कर रहा द मेन थिंग इज असीं रिफ्लैक्टिव जर्नल राइटिंग का मीनिंग समझ लिया ते किस तरह उसनूं अपनी लाइफ विच ऑप्ट करना है किस तरह उसनूं यूज करना है तो नैक्सट अगर गल करिए असीं उत्थे तक क्लीयर है लैवल तक कोई पुछन दी कोई है कुछ तां पुछ सकदे हो अदरवाइज नेक्स्ट चलिए असीं नो सर चलो नेक्स्ट हुण आपां फिर जनरल गल्लां ते आंदा है श्री सर हां जी सर यही पिरामिड एक्शन पहले है ते रिफ्लेक्शन बाद चो है तो डज इट मेक सेंस कि पहले एक्शन ले लिया होते फिर रिफ्लेक्ट कीता राजा जी रिफ्लेक्शन ते एक्शन नहीं ले रहे असीं कोई काम कीता है उस काम दी रिफ्लेक्शन ही तां असीं देखनी है तुसीं घर विच खाना बना रहे हो खाना बनाओगे तो उसके टेस्ट बारे दस सकोगे जे खाना नहीं बनाया ਉਹਦਾ टेस्ट बारे किद्दां गल करोगे ठीक है ना सर जिवें ਇਹ ਕੰਟੀਨਿਊਸ ਪ੍ਰੋਸੈਸ ਹੈ ਨਾ ਜਿਵੇਂ ਤੁਸੀਂ ਲਾਸਟ ਟਾਈਮ ਜੋ ਐਕਸ਼ਨ ਕੀਤਾ ਤੇ ਉਹਦੇ ਤੇ ਕੀ ਐਕਸ਼ਨ मैं समझ गया ਤੁਹਾਡੀ ਗੱਲ ਤੁਸੀਂ ਥੋੜਾ ਜਿਹਾ ਕੰਫਿਊਜ਼ ਹੋ ਰਹੇ ਹੋ आई थिंक this action ਇਹ ਸਾਈਕਲਿਕ ਹੈ इस एक्शन विच ਇਹਨਾਂ ਦੋਨਾਂ ਵਿੱਚ ਨਾ हाँ जी सर ये एक्शन का मतलब है कोई इवेंट एक क्लास पीरियड ਤੁਹਾਡੇ ਵਾਸਤੇ ਇੱਕ ਇਵੈਂਟ ਹੈ ਜਿਸ ਵਿੱਚ ਤੁਸੀਂ ਜਾ ਕੇ ਐਕਸ਼ਨ ਕੀਤਾ ਤੁਹਾਡਾ ਐਕਸ਼ਨ ਕੀ ਸੀ ਪੜਾਉਣਾ ਉਹ ਤੁਹਾਡਾ ਐਕਸ਼ਨ ਸੀ ਠੀਕ ਹੈ ਇਹ ਐਕਸ਼ਨ ਪਲਾਨ ਹੈ ਅੱਛਾ ਅੱਜ ਮੈਂ ਪੜਾਇਆ ਮੈਨੂੰ ਕਲਾਸ ਵਿੱਚ ਪ੍ਰੋਬਲਮ ਆਈ ਹੁਣ ਮੈਂ ਅੱਗੇ ਕੀ ਕਰਨਾ ਮੈਂ ਕਿੱਦਾਂ ਚੇਂਜ ਕਰਨਾ ਤਾਂ ਕਿ ਮੈਨੂੰ ਪ੍ਰੋਬਲਮ ਨਾ ਆਵੇ तो ये डिफरेंस है पहले एक्शन का मीनिंग कहते सी इवेंट कोई इवेंट क्लास पीरियड कोई एक फंक्शन इस एक्शन का मतलब है मैं फिर अगे की करना कल मैं जाके उस क्लास विच जाना मैं अपनी स्ट्रेटजी विच की चेंज लियाने वो एक्शन है तो वो सारी प्रोसेस विच लंघ के आएगा ठीक है ये सारी प्रोसेस को लंघ तो नाउ वी वर अगेन ਅਸੀਂ कुछ कॉमन गल्लां ते आ रहे हैं नॉर्मली मेरा एक्सपीरियंस रहा है स्टूडेंट्स नाल या जनरल लाइफ विच भी ਅਸੀਂ ਟੈਕਨੀਕਲ ਗੱਲਾਂ ਤੇ ਜ਼ੋਰ ਦਿੰਦੇ ਕਾਮਨ ਗੱਲਾਂ ਨੂੰ ਭੁੱਲ ਜਾਂਦੇ ਆ तो मैं ਕਾਮਨ ਗੱਲਾਂ ਦੀ ਜ਼ਿਆਦਾ ਕਰ ਰਿਹਾ ਜਿਹੜੀਆਂ ਟੈਕਨੀਕਲ ਸੀ ਉਹਨਾਂ ਨੂੰ ਮੈਂ ਬਹੁਤਾ ਡਿਸਕਸ ਨਹੀਂ ਕਰ ਰਿਹਾ ਲੈਵਲ ਆਪਾਂ ਇੰਨੇ ਜ਼ਿਆਦਾ ਨਹੀਂ ਡਿਸਕਸ तो the first thing जो स्टूडेंट के माइंड में आती है what are the formats of reflective journal writing अगर मैं एक जर्नल लिखना है जर्नल मीन एक एंट्री एक पैराग्राफ 2 पेज 3 पेज जिन्ने भी लिखने हैं ਆਪਾਂ ਇਸ ਨੂੰ ਸਿੰਪਲੀਫਾਈ ਕਰਨ ਵਾਸਤੇ ਮੈਂ ਹੁਣ ਐਕਸ਼ਨ ਨਾ ਯੂਜ਼ ਕਰਕੇ ਇੱਕ ਕਲਾਸ ਪੀਰੀਅਡ ਹੀ ਕਹਿ ਰਿਹਾ ਹਾਂ ਕਿਉਂਕਿ ਮੈਕਸਿਮਮ ਟਾਈਮ ਤੁਸੀਂ ਕਲਾਸ ਪੀਰੀਅਡ ਬਾਰੇ ਹੀ ਗੱਲ ਕਰਨੀ ਤੁਸੀਂ ਕਲਾਸ ਵਿੱਚ ਪੜ੍ਹਾ ਰਹੇ ਹੋ ਤੁਸੀਂ 40 ਮਿੰਟਸ ਕਲਾਸ ਵਿੱਚ ਪੜ੍ਹਾ ਕੇ ਆਏ ਉਸ ਦੇ ਬਾਰੇ ਲਿਖਣਾ ਹੈ ਕਿਸ ਫਾਰਮੈਟ ਵਿੱਚ ਮੈਂ ਲਿਖਾਂ ਨੋਰਮਲੀ ਸਟੂਡੈਂਟ ਇਹ ਕੁਐਸਚਨ ਕਰਦੇ ਨੇ ਮੈਂ ਕਿਸ ਫਾਰਮੈਟ ਵਿੱਚ ਲਿਖਾਂ तो उसका आंसर है कोई फिक्स्ड फॉर्मेट नहीं है कोई स्टोरी राइटर स्टोरी लिखता है उसका कोई फिक्स फॉर्मेट हुंदा अपने उन्होंने एक्सप्रैस करन दा वो स्टोरी लिख रहा है एक पैराग्राफ विच भी स्टोरी खत्म कर सकता जिसमें ਅਸੀਂ शॉर्ट स्टोरी कहने हैं the writer can write 2 3 4 pages story जिसਨੂੰ मिनी कहानी आई थिंक किया जाता पंजाबी में लिखण वाला उससे पूरा नावल भी लिख सकता जिहड़ा किन्ने पेजां दा हुंदा एक लंबी कहानी भी इस विच आउंदी है तो कोई फिक्स फॉर्मेट नहीं है पहला आ हेडिंग लिखना फिर वो हेडिंग लिखना फिर वो हेडिंग लिखना जस्ट राइटिंग इंपॉर्टेंट है
ਤੁਸੀਂ ਆਪਣੀ ਸਮਝ ਵਾਸਤੇ ਉਸ ਨੂੰ 4 ਪਾर्ट्स ਵਿੱਚ ਡਿਵਾਈਡ ਕਰ ਸਕਦੇ ਹੋ। ਲਾਈਕ अगर ਇਹਦੇ ਅਕੋਰਡਿੰਗਲੀ ਗੱਲ ਕਰੀਏ, ਮੈਂ 4 ਪੈਰਾਗ੍ਰਾਫ ਹਰੇਕ ਐਂਟਰੀ ਬਾਰੇ ਲਿਖਣੇ ਆ। ਮੈਂ ਅੱਜ ਕਲਾਸ ਵਿੱਚ ਪੜਾਇਆ ਉਹਦੇ ਬਾਰੇ ਮੈਂ 4 ਪੈਰਾਗ੍ਰਾਫ ਲਿਖਣੇ ਆ। ਪਹਿਲਾ ਪੈਰਾਗ੍ਰਾਫ ਵਿੱਚ ਮੈਂ ਸਾਰੀਆਂ ਇਵੈਂਟ ਡਿਸਕ੍ਰਾਈਬ ਕਰਨੀਆਂ, दैट इज दिस थिंग। फिर मैं अपने रिफ्लेक्शन उस पर देनी, फिर मैं अपने इमोशंस डिस्कस करने, एक्सपीरियंस डिस्कस करने, फिर मैं आगे अपने एक्शन प्लान डिस्कस करने। मैं 4 स्टेप बना लिया। ਤੁਸੀਂ शुरुआत में सिर्फ एक भी रख सकते हो, क्योंकि रिफ्लैक्शन के लास्ट स्टेप से ਅਸੀਂ एकदम नहीं पहुंच जावांगे। हौली हौली लिखना शुरू करांगे तो पहुंचांगे। अगर मैं सोचा आज मैं एक स्टोरी लिखनी है तो पहले ही स्टेप ਵਿੱਚ मैं एक कंप्लीट स्टोरी नहीं लिख सकता। ਤੁਸੀਂ ਗ੍ਰੈਜੂਏਸ਼ਨ ਕਰਕੇ ਆਏ ਹੋ, ਗ੍ਰੈਜੂਏਸ਼ਨ ਵਿੱਚ ਤੁਸੀਂ ਪੰਜਾਬੀ ਸਾਰਿਆਂ ਨੇ ਪੜ੍ਹੀ ਹੋਣੀ ਆ, ਜਨਰਲ ਪੰਜਾਬੀ। ਹੁਣ ਦਾ ਸਿਲੇਬਸ ਤਾਂ ਵੈਸੇ ਮੈਨੂੰ ਪਤਾ ਨਹੀਂ ਗ੍ਰੈਜੂਏਸ਼ਨ ਚ ਕੀ ਆ। ਪਹਿਲਾਂ ਇਕਾਂਗੀ ਲੱਗਦੀ ਹੁੰਦੀ ਸੀ ਸਿਲੇਬਸ ਵਿੱਚ, 1 ਐਕਟ ਪਲੇ ਜਿਸ ਨੂੰ ਅਸੀਂ ਕਹਿੰਦੇ ਆ, ਤੇ ਉਸ ਦੀ ਨਾਲ ਹਿਸਟਰੀ ਵੀ ਪੜ੍ਹਨੀ ਹੁੰਦੀ ਸੀ। ਹਾਂਜੀ ਸਰ। ਰਾਈਟਰ ਨੇ ਉਹ ਕਿਸ ਤਰ੍ਹਾਂ ਲਿਖੀ, ਅਗਰ ਯਾਦ ਹੋਵੇ ਤੁਹਾਨੂੰ ਤਾਂ ਯਾਦ ਕਰੋ। ਕੋਈ ਇਕਾਂਗੀ ਹੁੰਦੀ ਸੀ ਜਿਹੜੀ ਇੱਕ ਰਾਈਟਰ 5 6 ਸਾਲਾਂ ਵਿੱਚ ਲਿਖਦਾ ਸੀ। ਪਹਿਲੀ ਵਾਰ ਉਹਨੇ ਲਿਖੀ, ਫਿਰ ਉਹਨੇ ਖੁਦ ਪੜ੍ਹੀ, ਉਹਨੂੰ ਖੁਦ ਨੂੰ ਨਹੀਂ ਲੱਗਾ ਕਿ ਕਲੈਰਿਟੀ ਤੱਕ, ਉਹਨੂੰ ਰਿਵਾਈਜ਼ ਕੀਤਾ, ਫਿਰ ਰਿਵਾਈਜ਼ ਕੀਤਾ, ਫਿਰ ਰਿਵਾਈਜ਼ ਕੀਤਾ, ਹੈ ਨਾ। तो फर्स्ट स्टेप ਵਿੱਚ ਅਸੀਂ ਨਹੀਂ ਲਿਖ ਸਕਦੇ। ਹੋ ਸਕਦਾ ਸ਼ੁਰੂਆਤ ਵਿੱਚ ਤੁਸੀਂ ਪਹਿਲਾਂ ਇੱਕ ਪੈਰਾਗ੍ਰਾਫ ਲਿਖਣਾ ਸ਼ੁਰੂ ਕਰੋ, ਫਿਰ ਹੌਲੀ ਹੌਲੀ ਉਹਨੂੰ ਦੋਵਾਂ ਵਿੱਚ ਡਿਵਾਈਡ ਕਰ ਲਓ। ਪਹਿਲਾਂ ਡਿਸਕ੍ਰਿਪਸ਼ਨ ਹੋਗੀ, ਫਿਰ ਮੈਂ ਆਪਣੀਆਂ ਰਿਫਲੈਕਸ਼ਨ ਸਾਰੀ। कोई फिक्स फॉर्मेट नहीं है, ਅਸੀਂ ਆਪਣੇ ਅਕੋਰਡਿੰਗ डेवलप कर सकते हैं। The second question, what should be the length of this reflective journal? Again answer is no specification, symbolic है सारा कुछ। ਤੁਸੀਂ ਜਿੰਨਾ ਮਰਜ਼ੀ ਲਿਖਣਾ ਚਾਹੋ ਲਿਖੋ। एक क्लास पीरियड वाले तुसी लिखना है, हो सकता कोई जना एक पेज लिख दो सिर्फ, दिस इज A4 साइज पेपर, तुसी सिर्फ A4 साइज पेपर भी लिख सकते हो, कोई 2 पेज लिख दो जिन्ने में तुसी अपनी फीलिंग ਨੂੰ एक्सप्रेस कर सकते हो। देन थर्ड क्वेश्चन इज व्हाट इज द टाइम लिमिट? कोई टाइम लिमिट नहीं, तुसी 15 मिनट ਵਿੱਚ ਲਿਖ ਸਕਦੇ ਹੋ, 15 ਮਿੰਟ ਵਿੱਚ ਲਿਖ ਦੋ, 1 ਘੰਟੇ ਵਿੱਚ ਲਿਖਣਾ 1 ਘੰਟੇ ਵਿੱਚ ਲਿਖ ਦੋ। इट डिपेंड्स अपॉन योर कैपेबिलिटीज ऑफ राइटिंग डाउन। शुरुआत में मैंने किसी चीज को लिखने में 1 घंटा लगता होगा, हौली हौली मैं 15 मिनट में हो जाऊंगा, मैं एक्सपर्ट हो जाऊंगा। तो ये है फॉर्मेट दे रिगार्डिंग कुछ क्वेश्चन। द नेक्स्ट इज रिफ्लेक्टिव जर्नल दे लिखन दे फॉर्मेट्स। 2 फॉर्मेट मेनली आजकल चलते हैं। द वन इज पेपर पेन फॉर्मेट, दिस रिप्रेजेंट पेपर पेन जो तुसी बीएड विच करना है। ਤੁਹਾਨੂੰ ਇੱਕ ਨੋਟਬੁੱਕ ਮਿਲਣੀ ਹੈ ਰਿਫਲੈਕਸ਼ਨ ਦੀ, ਜਿਹੜੀ ਆਪਾਂ ਜਿਸ ਦੀ ਇਮੇਜ ਪਹਿਲਾਂ ਦੇਖੀ ਹੈ, ਉਸ ਤੇ ਤੁਸੀਂ ਲਿਖਣਾ ਹੈ ਪੈਨ ਨਾਲ। The second format is digital format, ये नीचे वाला सारा। मैंने पेपर पेन लिखने का मैंने अच्छा लगता, मैं करता अपने कंप्यूटर पे वर्ड डॉक्यूमेंट बना लेना, रोज एक पेज लिखना। डिजिटल फॉर्मेट है द मोस्ट सिंपल वन, ठीक है। सेकंड साडे को रेडीमेड ऑप्शंस ने ब्लॉग्स। ब्लॉग्स राजे यूज किते किसी ने सुने होन या कोई यूज कर रहा होवे, इस नाल ਅਸੀਂ ਪਬਲਿਕ ਵੀ ਕਰ ਸਕਦੇ ਆਪਣੀਆਂ ਸਾਰੀਆਂ ਪੇਜ, ਸੋ ਇਸ ਨੂੰ ਯੂਜ਼ ਕੀਤਾ ਜਾ ਸਕਦਾ। ਦ ਥਰਡ ਵਨ ਇਜ਼ ਆਪਣੀ ਵੈਬਸਾਈਟ ਬਣਾ ਕੇ ਉਸ ਤੇ ਤੁਸੀਂ ਕਰਨਾ ਸ਼ੁਰੂ ਕਰ ਦਿਓ। ਇੰਡੀਆ ਵਿੱਚ ਇਹ ਕੁਝ ਪਪੂਲਰ ਨਹੀਂ ਆਏ ਵਾਲੇ ਮੋਡਸ, ਨਾਟ ਅ ਬਲੌਗ ਨਾਈਦਰ ਦਿਸ ਵੈਬਸਾਈਟ। ਅਸੀਂ ਇਸ ਨੂੰ ਕਰ ਸਕਦੇ ਹਾਂ। ਫੋਰਨ ਦੇ ਬਹੁਤ ਲੋਕ ਲਿਖਦੇ ਨੇ, टीचर्स, एजुकेशनिस्ट, प्रोफेसर यूनिवर्सिटी ਦੇ ਹਰੇਕ ਦਾ ਆਪਣਾ ਆਪਣਾ ਬਲੌਗ ਚੱਲ ਰਿਹਾ ਹੁੰਦਾ, ਉਹ ਡੇਲੀ ਉਸ ਤੇ ਐਂਟਰੀਜ਼ ਪਾਉਂਦੇ ਨੇ। ਜਿਹੜੇ ਹੋਟਲ ਮੈਨੇਜਮੈਂਟ ਦਾ ਕੰਮ ਕਰਦੇ ਨੇ, ਆਈਦਰ ਉਹ ਪ੍ਰੋਫੈਸਰ ਉਹਨਾਂ ਦੇ ਜਾਂ ਹੋਟਲ ਵਿੱਚ ਕੰਮ ਕਰ ਰਹੇ ਨੇ, ਮੈਨੇਜਰ ਨੇ ਜਾਂ ਸਟੂਡੈਂਟ ਨੇ, ਉਹ ਆਪਣੀਆਂ ਰਿਫਲੈਕਸ਼ਨਸ ਪਾਉਂਦੇ ਨੇ ਆਪਣੀਆਂ ਇਵੈਂਟਸ ਦੇ ਬਾਰੇ। तो ਅਸੀਂ ਵੀ ਇਸ ਨੂੰ ਸ਼ੁਰੂ ਕਰ ਸਕਦੇ ਹਾਂ। तो ਪਤਾ ਸਾਨੂੰ ਹੋਣਾ ਚਾਹੀਦਾ ਔਰ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਇਸ ਤੋਂ ਅਸੀਂ ਕੀ ਸਿੱਖਿਆ? ਨਾ ਕੋਈ ਫਾਰਮੈਟ ਫਿਕਸਡ ਹੈ, ਨਾ ਟਾਈਮ ਫਾਰਮੈਟ ਫਿਕਸਡ ਹੈ, ਨਾ ਟਾਈਮ वर्ड काउंट फिक्स्ड है, ना टाइम लिमिट फिक्स्ड है कितना ਅਸੀਂ ਕਰਨਾ ਹੈ। ਅਸੀਂ पेपर पेन भी यूज कर सकते हैं, ਅਸੀਂ डिजिटल मोड भी यूज कर सकते हैं अपने रिफ्लेक्टिव जर्नल ਨੂੰ ਲਿਖਣ ਵਾਸਤੇ। पर ड्यूरिंग योर बीएड कोर्स ਤੁਹਾਨੂੰ पेपर पेन फॉर्मेट यूज करना पैना है। क्लियर जी? यस सर। ओके,
The next one is benefit. Benefit more or less of जो साडे what we talk about when why reflection, why writing, वो वाले नहीं. साडे वास्ते एक रिवार्ड मेंटल एक्सरसाइज है. सानू कुछ ना कुछ दे के जांदा, ਅਸੀਂ कुछ भी लिखते हैं. It can be in the form of increase in your abilities, increase in your teaching skills, ठीक है ना. तो सानू रिटर्न करेगा ये. Increase in your critical thinking. Then writing about experience help people make more sense of them. अपनिया इवेंट्स ਨੂੰ ਸਾਨੂੰ ਸਮਝਣਾ ਆਉਂਦਾ ਹੈ. अगेन मैं फेसबुक वाली एक एग्जांपल कोट करांगा. ਅਸੀਂ ਲਾਈਕ ਕਰੀ ਜਾ ਰਹੇ ਹਾਂ ਪਰ ਉਸ ਇਵੈਂਟ ਦਾ ਮਤਲਬ ਕੀ ਬਣਦਾ ਸਾਨੂੰ ਨਹੀਂ ਪਤਾ ਹੁੰਦਾ ਮੈਕਸਿਮਮ ਟਾਈਮ. तो अगर ਅਸੀਂ ਉਸ ਬਾਰੇ ਲਿਖਾਂਗੇ ਤਾਂ ਘੱਟੋ ਘੱਟ ਅੱਗੇ ਤੋਂ पोस्ट पढ़ के उसका मीनिंग समझ के असी उसनू लाइक करांगे. सिर्फ एक मैकेनिकल हैबिट ना बना ली है भी मोबाइल ते मेरे को पोस्ट आई तो मैं उसनू लाइक करना ही करना. रिफ्लैक्शन गिव्स यू फीडबैक. सानू फीडबैक दिंदा मैं किद्दां कीता. एक मिरर सानू फीडबैक दिंदा साडे बारे, मेरा फेस किस तरह दा लग रहा. हुण भी तुसीं वैबिनार अटेंड कर रहे हो, जिहड़े स्टूडेंट्स ने अपने कैमरेज ऑन किए होंगे वो बिच बिच अपनी फोटोग्राफ भी देख रहे होंगे. अच्छा मैं किस तरह की लग रही हाँ कि असी उस तो कुछ सीख रहे हैं. एक बार अपनिया जी वीडियोज आ रही हैं उन्होंने देखना तो फिर देखना भी उहदे विच की कमी सी की चंगा सी. उस मैक्सिमाइज योर लर्निंग इन दीज क्लासेस. साडी लर्निंग नूं मैक्सिमाइज करदे आ. एक टीचर सारे उम्र एक्सपीरियंस लेंदा रहिंदा है और एक्सपीरियंस उसका मैक्सिमम किस तो हुंदा जिन्हां नाल वो इंटरैक्ट करता है. दैट इज देयर स्टूडेंट्स. ਅਸੀਂ ਤੁਹਾਡੇ ਤੋਂ ਵੀ एक्सपीरियंस ਲੈ ਰਹੇ ਹਾਂ ਤੁਹਾਡੇ ਨਾਲ इंटरैक्ट करके. then place for dream and ideas to grow. आइडियाज ਨੂੰ शेप देना. एक टीचर ਦਾ बेसिक काम ਕੀ है? to give shape to the ideas and convey those ideas to students. अपने आइडिया भी साडे ग्रो करने चाहिए. असी दूजियां दे जे माइंड नू शेप करना है. एज ए टीचर मेरे अपने आइडिया भी ग्रो करने चाहिए. मैं मैथमैटिक्स का टीचर हाँ. मैं क्वाड्रेटिक इक्वेशन बच्चों को पढ़ा रहा हाँ, पिछले 5 साल तो पढ़ा रहा. कभी उस बारे नहीं सोचा. कल मैनू आके एक स्टूडेंट ने क्वेश्चन कर लिया, सर क्वाड्रेटिक इक्वेशन लाइफ च यूज कितने करते हैं. मैं तो 5 साल तक सोचा ही नहीं सी उस बारे. जे सोचा होंदा तो मेरे को उसका जवाब होना सी. साडे कोल हरेक सबजैक्ट विच इदां दी कुछ एग्जांपल्स होंदियां. मैथमैटिक्स वास्ते मोस्टली स्टूडेंट क्वेश्चन करते हैं, सर ये यूज कितने होंदा, पढ़ाई तो जा रहे हो, ठीक है ना. तो अगर असी अपनी टीचिंग अपने सबजैक्ट बारे सोचा होएगा तो वी कैन आंसर सच टाइप ऑफ क्वेश्चंस. देन फोस्टर अ ग्रेट अंडरस्टैंडिंग ऑफ न्यू आइडियाज. इस स्पीड को इंक्रीज करना, तेज करना, शुरुआत करनी कि नवे आइडियाज की ने उसको किस तरह समझना है, किस तरह नवे तो नवे आइडियाज आने. आजकल क्रिएटिविटी का ही जमाना है तो सानू इस पे काम करना चाहिए. इन्हां बेनिफिट के नाल प्लस क्रिटिकल थिंकिंग के जिन्ने भी बेनिफिट ने उसे सारे इस विच ऐड कर सकते क्योंकि क्रिटिकल थिंकिंग इज अ मेजर पार्ट ऑफ दिस रिफ्लेक्शन. ਅਸੀਂ ਉਸ ਤੇ ਕ੍ਰਿਟੀਕਲੀ ਸੋਚਦੇ ਹਾਂ ਕਿਸੇ ਇਵੈਂਟ ਤੇ. ਸੋ ਜੋ ਕ੍ਰਿਟੀਕਲ ਥਿੰਕਿੰਗ ਦੇ ਜੋ ਬੈਨੀਫਿਟਸ ਨੇ ਉਹ ਸਾਰੇ ਇਹਦੇ ਵਿੱਚ ਆਉਂਦੇ ਨੇ. ਇੱਕ ਲਿਸਟ ਇਨਕਰੀਜ਼ ਕਰਨ ਨਾਲੋਂ ਮੈਨੂੰ ਬੈਟਰ ਲੱਗਾ ਵੀ ਅਸੀਂ ਬੈਟਰ ਕੁਝ ਐਕਸਪੀਰੀਅੰਸ ਦੀ ਗੱਲ ਕਰ ਲਈਏ, ਇਸ ਕਰਕੇ ਮੈਂ ਉਹਨਾਂ ਨੂੰ ਡਿਟੇਲ ਵਿੱਚ ਮੈਂਸ਼ਨ नहीं किया. प्रिकॉशंस राइटिंग दौरान दे दौरान मैं 2 प्रिकॉशंस राजा मिलियां मेरे लिए. एक तो सिर्फ इवेंट्स नू ना डिस्क्राइब करी जाइए और असी समझ जाइए भी मैं बहुत बढ़िया रिफ्लेक्शन लिख रही हूं. इवेंट नू डिस्क्राइब करना इज जस्ट लाइक राइटिंग डाउन द सॉल्यूशन ऑफ इक्वेशंस. उन्हां इक्वेशंस नू यूज किथे करना है सानू वो भी पता होना चाहिए. सो कल्ली डिस्क्रिप्शन नहीं, description plus other things. Those other things are experience, feelings, implications. इसनू add करना. Then second thing is avoid just criticism. सिर्फ एक इवेंट बारे नेगेटिव चीज़ां नहीं ना असीं दस दईए, उहदियां अच्छियां चीज़ां भी डिस्क्राइब करें. अगर अच्छी चीज़ डिस्क्राइब करांगे मैनू भी मोटिवेशन मिलेगी, मैनू भी पता लगेगा भी हाँ इहदे विच अच्छी चीज़ सी. उस
ਰਿਫਲੈਕਸ਼ਨ ਨੂੰ ਜਦੋਂ ਕੋਈ ਦੂਜਾ ਪੜੇਗਾ ਉਹਨੂੰ ਵੀ ਪਤਾ ਲੱਗੇਗਾ ਵੀ ਇਸ ਚੀਜ਼ ਵਿੱਚ ਕੀ ਪੋਜ਼ਿਟਿਵ ਪੁਆਇੰਟਸ ਹੈ। तो इन चीज़ों का रिफ्लैक्शन के दौरान ध्यान रखना। तो हुण आ गए तुहाडे बीएड ते। अच्छा बीएड के शुरू में मैं गल की थी NCTE 2014 के जो रेगुलेशंस है वो रेगुलेशंस के बेस पे जदों तुहाडा नवा सिलेबस बनिया ਉਹਦੇ ਵਿੱਚ बीएड ਵਿੱਚ ਇਹ ਤਿੰਨ ਤੁਹਾਡੇ ਏਰੀਆਜ਼ ਐਡ ਹੋਏ ਜਿੱਥੇ ਰਿਫਲੈਕਟਿਵ ਜਰਨਲ बीएड ਕੋਰਸ ਵਿੱਚ ਐਡ ਹੋਇਆ। The first one is in SEM 3 ਜਿਹੜਾ ਹੁਣ ਤੁਹਾਡਾ SEM 4 ਹੋਏਗਾ ਸਕੂਲ ਇੰਟਰਨਸ਼ਿਪ ਦਾ ਉਸ ਵਿੱਚ ਤੁਸੀਂ ਰਿਫਲੈਕਟਿਵ ਜਰਨਲ ਲਿਖਣੇ ਨੇ ਜਿਸ ਦੇ ਤੁਹਾਡੇ ਮਾਰਕਸ ਦੀ ਵੇਟੇਜ 5 ਹੈ 20 ਦੇ ਕਰੀਬ ਰਿਫਲੈਕਸ਼ਨ ਲਿਖਣੇ ਨੇ 5 ਵੇਟੇਜ ਹੈ ਉਸਦੀ ਤੁਹਾਡੇ। The second is ਹੁਣ ਜਿਹੜਾ ਤੁਹਾਡਾ ਕਰੰਟ ਸਮੈਸਟਰ ਚੱਲ ਰਿਹਾ ਹੈ ਉਸ ਵਿੱਚ ਇੱਕ ਪੇਪਰ ਹੈ ਫਾਊਂਡੇਸ਼ਨਸ ਆਫ ਕਰਿਕੂਲਮ। ਇਹ ਆਪਸ਼ਨਲ ਸਬਜੈਕਟ ਹੈ ਤੁਹਾਡੇ ਵਿੱਚ ਸਟੂਡੈਂਟ ਕੁਝ ਆਪਟ ਕਰਨਗੇ ਉਹਦੇ ਵਿੱਚ ਇਹ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਵਿਜ਼ਿਟਿੰਗ ਐਂਡ ਮੇਨਟੇਨਿੰਗ ਅ ਰਿਫਲੈਕਟਿਵ ਡਾਇਰੀ ਔਨ ਇੰਸਟੀਟਿਊਟ। ਤੁਸੀਂ SCRT ਸਕੂਲ ਬੋਰਡ ਨੈਸ਼ਨਲ ਆਰਗੇਨਾਈਜੇਸ਼ਨ ਚ ਕੋਈ ਆਰਗੇਨਾਈਜੇਸ਼ਨ ਵਿਜ਼ਿਟ ਕਰਨੀ ਹੈ ਤੇ ਉੱਥੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉਹ ਮੈਂਸ਼ਨ ਕਰਨਾ। ਅਗੇਨ ਇਟ ਇਜ਼ ਅ ਰਿਫਲੈਕਟਿਵ ਜਰਨਲ ਐਂਟਰੀ ਮੀਨਸ ਲਾਈਕ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਦਫ਼ਤਰ ਘੁੰਮਣ ਗਏ ਉਸ ਦਫ਼ਤਰ ਨੂੰ ਸਾਰਿਆਂ ਨੂੰ ਦੇਖਿਆ ਤੇ ਬਾਅਦ ਵਿੱਚ ਉਸ ਬਾਰੇ ਲਿਖਿਆ। ਇਹ ਇਸ ਦੇ ਤੁਹਾਨੂੰ 8 ਮਾਰਕਸ ਨੇ BEd ਵਿੱਚ। The third is understanding the self paper SEM 4 ਦਾ ਪੇਪਰ ਹੈ। ਇਸ ਵਿੱਚ one is a workshop conduct ਕਰਾਉਣੀ ਤੁਹਾਡੀ about writing self reflection journal ਜੋ at present workshop ਚੱਲ ਰਹੀ ਹੈ sorry webinar ਚੱਲ ਰਿਹਾ ਹੈ। It is not a workshop, it is a webinar, it is a part of this workshop ਠੀਕ ਹੈ। तो ਇਹ ਕਰਾਉਣੀ ਤੁਹਾਡੀ ਕਰਿਕੂਲਮ ਦਾ ਪਾਰਟ ਹੈ। ਅੱਜ ਇਹ ਪੂਰਾ ਹੋ ਰਿਹਾ। ਸੈਕੰਡ ਹੈ ਕਿ ਤੁਹਾਨੂੰ ਇੱਕ ਅਸਾਈਨਮੈਂਟ ਮਿਲਣੀ ਹੈ ਤੁਸੀਂ ਰਿਫਲੈਕਟਿਵ ਜਰਨਲ ਲਿਖਣਾ ਇਸ ਪੇਪਰ ਵਿੱਚ। ਅਗੇਨ ਉਸ ਦੇ 5 ਨੰਬਰ ਨੇ। ਥਰਡ ਇਜ਼ ਤੁਸੀਂ ਪ੍ਰੈਕਟੀਕਲ ਫਾਈਲ ਮੇਨਟੇਨ ਕਰਨੀ ਹੈ ਇਸੇ ਪੇਪਰ ਦੀ ਜਿਸ ਵਿੱਚ ਤੁਸੀਂ ਰਿਫਲੈਕਟਿਵ ਜਰਨਲਸ ਲਿਖੇ ਹੋਣੇ ਆ। तो ये ਤੁਹਾਡੇ ਡਾਇਰੈਕਟਲੀ BEd ਨਾਲ ਰਿਲੇਟਡ ਹੈ ਰਿਫਲੈਕਟਿਵ ਜਰਨਲਸ ਦੇ ਰਿਗਾਰਡਿੰਗ। ਇਸ ਕਰਕੇ ਅਸੀਂ ਇਹ ਸਾਰਾ ਕੁਝ ਅੱਜ ਸਮਝ ਰਹੇ ਹਾਂ। क्लियर है जी? मैडम होस्ट मनमोहन जी हेलो। हाँ जी सर। मैम टाइम फिर आउट हो रहा लगभग 10 मिनट रह गए। हाँ जी सर 10 मिनट्स आर लेफ्ट। कंटिन्यू करना थर्ड विच के मैं 10 विच कंप्लीट करना। सर अगर तुसी 10 विच कंप्लीट करना चाहते हो तो प्लीज तुसी कर दो। ठीक है मैं 10 विच कंप्लीट अदरवाइज जे ਤੁਹਾਨੂੰ ਲੱਗਦਾ ਤਾਂ ਮੈਂ ਥਰਡ ਵੀ ਸ਼ੁਰੂ ਕਰ ਦਾਂਗਾ। नहीं सर एक्चुअली फिर अगो क्वेश्चन आंसर सेशन भी स्टार्ट होना। अच्छा जी हाँ जी चलो ये ਹੁਣ ਹੈ एग्जांपल्स ਰਾਜੇ ਕੁਝ ਮੈਂ ਲਿਖੀਆਂ ਰਿਫਲੈਕਸ਼ਨ ਦੀਆਂ एग्जांपल्स ਵੀ ਮੈਨੂੰ ਲੱਗਦਾ ਸ਼ੋ ਕਰਨੀਆਂ ਬਹੁਤ ਜ਼ਰੂਰੀ ਨੇ ਸਟੂਡੈਂਟ ਨੂੰ। this is a reflection about normally मैं देखा आजकल के कुछ स्टूडेंट्स होंगे ने मेरे इवेंट हुई है फर्स्ट पैराग्राफ इज डिस्क्रिप्शन टोटली हाइपोथेटिकल एग्जांपल्स है। मैं कोशिश की थी अपनी क्रिएटिविटी यूज करके कुछ करने दी। स्टूडेंट्स आया कॉलेज ਵਿੱਚ ਉਹ ਆਫਿਸ ਵਿੱਚ ਆਇਆ ਆਪਣੇ DMC ਲਾਏ और चला गया ना ਮੈਨੂੰ ਮਿਲਿਆ ਨਾ ਕਿਸੇ ਟੀਚਰ ਨੂੰ ਮਿਲਿਆ। ਇਸ ਤਰ੍ਹਾਂ ਕਿਸੇ ਹੋਰ ਦਿਨ ਕੋਈ ਹੋਰ ਸਟੂਡੈਂਟ ਆਇਆ ਉਹ ਚਲਾ ਗਿਆ। अगेन कोई इवेंट हुई मैनू लगा भी ये बड़ी अजीब जी इवेंट है स्टूडेंट आ रहे हैं कॉलेज ना टीचर नू मिल रहे हैं ना प्रिंसीपल नू मिल रहे हैं सर्टिफिकेट लैके वापस जाई जा रहे। पहला तो इस तरह कभी नहीं होता सी। तो मैं इस पे सोचना शुरू किया तो पहला डिस्क्राइब किया फिर उस पे सोचना शुरू किया। ये उस पे सोचने बारे सारी डिस्क्रिप्शन लिखी है जो मैनू फील होया मैं उस बारे लिखता ठीक। ਨੈਕਸਟ ਮੈਂ ਕਿਤੇ ਇਸੇ ਤਰ੍ਹਾਂ ਦੇ ਮੈਂ ਕਿਸੇ ਹੋਰ ਟੀਚਰ ਨਾਲ ਜਾਂ ਆਪਣੇ ਟੀਚਰ ਨਾਲ ਜਾਂ ਕਿਸੇ ਹੋਰ ਕਾਲਜ ਦੇ ਫੈਲੋ ਕਲੀਗਸ ਨਾਲ ਗੱਲ ਕੀਤੀ ਉਹ ਕਹਿੰਦੇ ਹਾਂ ਸਾਡੇ ਵੀ ਕਹਿੰਦੇ ਇਹੀ ਐਕਸਪੀਰੀਅੰਸ ਹੁੰਦਾ ਆ। ਫਿਰ ਅਸੀਂ ਡਿਸਕਸ ਕੀਤਾ ਵੀ ਕੀ ਹੋ ਸਕਦਾ। ਲਾਸਟ ਤੇ ਕਨਕਲੂਜਨ ਸਾਡਾ ਕੀ ਨਿਕਲਿਆ ਦਾ ਟਾਈਮ ਹੈਜ਼ ਰੀਅਲੀ ਚੇਂਜਡ ਸਟੂਡੈਂਟ ਬਿਹੇਵੀਅਰ ਇਜ਼ ਚੇਂਜਡ। ਸਟੂਡੈਂਟ ਦਾ ਹੁਣ ਇੱਕ ਇਮੋਸ਼ਨਲ ਅਟੈਚਮੈਂਟ ਇੰਸਟੀਟਿਊਟਸ ਨਾਲ ਨਹੀਂ ਹੈ। ਮੈਂ ਸਾਰੇ ਸਟੂਡੈਂਟ ਨੂੰ ਨਹੀਂ ਕਹਿ ਰਿਹਾ ਬਟ कुछ स्टूडेंट्स इस तरह के है जेडे इस तरह एग्जिबिट करते हैं अपना बिहेवियर तुसीं सारिਆਂ ने एक्सपीरियंस किया होगा। तो ये एक नवी तरह की कैटेगरी साडे आ रही है। मैं उस वास्ते रिफ्लैक्शन लिखी इसमें मैं होर वड्डा भी कर सकता सीगा बट टाइम की शॉर्टेज करके मैं शॉर्टेज। द सेकंड एग्जांपल इज दिस इज फॉर अ क्लास पीरियड
एक क्लास विच मैं गया 5वां दिन सी मेरा पढ़ाउण दा एट द एंट्री ऑफ स्कूल दा सॉरी क्लास डे वाले द डे begins with morning assembly ਤੇ मैं सोचने लगा कि morning assembly ਦਾ फायदा की है ठीक है मैं morning assembly ਦੀਆਂ एक्टिविटीज ਦਾ एक्सपीरियंस कीतियां फिर ਉਹਨਾਂ ਬਾਰੇ लिखा ये शॉर्ट ਵਿੱਚ मैं लिखी है डिटेल ਵਿੱਚ नहीं लिखी तो वो सोचने तो बाद ये सारी प्रोसेस सोचने की डिस्क्राइब कर दी गई है उस तो बाद मैंने लगा कि देयर आर सर्टेन मैनी एम्स ऑफ रिफ्लेक्ट अफेक्टिव डोमेन ब्लूम्स टैक्सोनॉमी ਅਸੀਂ पढ़ी है कॉग्निटिव अफेक्टिव साइकोमोटर डोमेन तो मॉर्निंग असेंबली वर्गियां ਜਿਹੜੀਆਂ ਫੰਕਸ਼ਨਸ ਨੇ ਉਹ ਇਹ ਅਫੈਕਟਿਵ ਡੋਮੇਨ ਨੂੰ ਟੱਚ ਕਰਦੀਆਂ ਨੇ ਜਿਹੜੀਆਂ ਨਾਰਮਲੀ ਸਾਡਾ ਸਿਲੇਬਸ ਕਵਰ ਨਹੀਂ ਕਰਦਾ क्योंकि ਅਸੀਂ ਸਾਡਾ ਸਿਲੇਬਸ ਹੈ ਜੋ that mainly touches the cognitive level of thinking तो मॉर्निंग असेंबली ਵਿੱਚ ਬੱਚਿਆਂ ਵਿੱਚ ਵੈਲਿਊ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ ਕੁਝ ਐਕਟੀਵਿਟੀਜ਼ ਕਰਵਾ ਸਕਦੇ ਹਾਂ ਉਹਨਾਂ ਦੀਆਂ ਜੋ ਵੈਲਿਊ ਇਰੋਜ਼ਨ ਅੱਜ ਕੱਲ ਮੇਨਲੀ ਹੋ ਰਿਹਾ ਹੈ तो ये मेरी रिफ्लेक्शन सी मैं उस पर सोचा कि मैं हुण एक्शन मेरा की बनेगा मैं मॉर्निंग असेंबली ਨੂੰ ਹੋਰ ਵਧੀਆ ਢੰਗ ਨਾਲ ਕਰਾਉਣਾ ਸ਼ੁਰੂ ਕਰਾਂ दैट इज माय एक्शन प्लान ठीक ये दो एग्जांपल सी ਜਿਹੜੀਆਂ मैं हाइपोथेटिकल लिखियां द थर्ड वन इज ये मैं रियल ਲਈ ਹੋਈ है मेरे स्टूडेंट ਦੀ लिखी हुई है इनको मैं जल्दी ਨਾਲ पढ़दा टुडे आई स्टार्टेड द टॉपिक ऑफ साइंस एनर्जी एंड इट्स इंपॉर्टेंस before starting the chapter I asked some question to the student just to check previous knowledge of the student and not got satisfactory response उन्होंने अपनी जो क्लास में जदों जाकर पढ़ाना शुरू किया अपनी एक्टिविटीज ਨੂੰ डिस्क्राइब किया ठीक है I start explained topic by writing the topics on blackboard with colored chalk again description है ਇਹਦੇ ਵਿੱਚ ਤੁਹਾਨੂੰ ਲੈਂਗੁਏਜ ਦੀਆਂ ਮਿਸਟੇਕਸ ਵੀ ਮਿਲ ਰਹੀਆਂ ਹੋਣਗੀਆਂ ਠੀਕ ਹੈ ਇਹ ਰਾਈਟਿੰਗ ਨਾਲ ਇੰਪਰੂਵ ਹੋਣੀਆਂ ਸਾਰੀਆਂ and I highlighted the important points on the blackboard as well student note down whole important things on their notebook I asked what do observe from it and enhance the interest तो सारा पैराग्राफ अगर पढ़ते हो just description ਦਿੱਤੀ ਹੋਈ ਹੈ ਕਿ ਮੈਂ ਕਲਾਸ ਵਿੱਚ ਕੀ ਕੀ ਕੀਤਾ so this is the lowest level of reflection ਸਿਰਫ ਇਵੈਂਟ ਨੂੰ ਡਿਸਕ੍ਰਾਈਬ ਕਰ ਦੇਣਾ ਐਜ਼ ਅ ਟੀਚਰ ਕਲਾਸ ਵਿੱਚ ਮੈਂ ਪੜਾਉਂਦਾ ਪਿਆ ਸੀ ਕਲਾਸ ਵਿੱਚ ਪੜਾਉਣ ਤੋਂ ਬਾਅਦ ਆ ਕੇ ਮੈਂ ਕਲਾਸ ਵਿੱਚ ਜੋ ਜੋ ਹੋਇਆ ਉਹਨੂੰ ਸਿਰਫ ਡਿਸਕ੍ਰਾਈਬ ਕਰਤਾ ਦਿਸ ਇਜ਼ ਦਾ ਲੋਐਸਟ ਲੈਵਲ ਇਸ ਤੋਂ ਉੱਪਰਲੇ ਲੈਵਲ ਤੇ ਜਾਣਾ ਹੈ ਆਪਾਂ ਉਸ ਨੂੰ ਕਿਸ ਤਰ੍ਹਾਂ ਦੇਖਣਾ ਦਿਸ ਇਜ਼ ਅਨਦਰ ਐਗਜ਼ਾਮਪਲ ਸਟੂਡੈਂਟ ਨੇ ਸ਼ੁਰੂ ਵਿੱਚ ਇਸ ਨੂੰ ਡਿਸਕ੍ਰਾਈਬ ਕਰਨਾ ਸ਼ੁਰੂ ਕੀਤਾ ਉਸੇ ਸਟੂਡੈਂਟ ਦੀ ਹੈ ਕੁਝ ਦਿਨਾਂ ਬਾਅਦ ਦੀ ਰਿਫਲੈਕਸ਼ਨ ਹੈ Now it has been 3 months I am teaching and I actually attain the knowledge of skill of teaching तो ये लाइन ਨੂੰ ਧਿਆਨ ਨਾਲ ਦੇਖੋ ये description नहीं है ठीक है this is her feelings about her experience पिछले 3 ਮਹੀਨੇ ਦੇ experience ਦੀ और ਦੀ output ਕੀ ਹੈ I actually attained the knowledge of skill of teaching ਮੈਨੂੰ skill teaching ਦੀ skill ਆ ਗਈ ਹੈ ਇਹ ਉਸ ਦੀ ਰਿਫਲੈਕਸ਼ਨ ਸੀ ਆਪਣੇ 3 ਮਹੀਨੇ ਦੇ ਕੰਮ ਤੋਂ ਇਹ ਨੈਕਸਟ ਸਟੈਪ ਹੈ ਉਸ ਸਟੂਡੈਂਟ ਨੇ ਪਹਿਲੇ ਵਿੱਚ ਸਿਰਫ ਡਿਸਕ੍ਰਾਈਬ ਕੀਤਾ ਸੀ ਹੁਣ ਰਿਫਲੈਕਟ ਕਰ ਰਿਹਾ I am able to understand the situation how to mold ਕਲਾਸ ਵਿੱਚ ਸਿਚੁਏਸ਼ਨ ਨੂੰ ਕਿੱਦਾਂ ਮੋਲਡ ਕਰਨਾ ਹੈ ਮੈਂ ਸਮਝ ਲਿਆ ਇਸ ਨੂੰ ਠੀਕ ਹੈ how to mold accordingly ਮੇਰੀ ਜ਼ਰੂਰਤ ਦੇ ਅਕੋਰਡਿੰਗਲੀ ਮੋਲਡ ਕਰਨਾ because when the student in class asked me that ma'am is enough for today I just converted the same in the example ਉਹਨੇ ਹੁਣ ਫਿਰ ਥੋੜਾ ਜਿਹਾ ਨਰੇਟ ਕੀਤਾ ਡਿਸਕ੍ਰਾਈਬ ਕੀਤਾ ਵੀ ਨਾਰਮਲੀ ਅਸੀਂ ਕਲਾਸ ਵਿੱਚ ਗੱਲ ਕਰਦੇ ਹਾਂ ਬੱਚੇ ਕਹਿੰਦੇ ਨੇ ਮੈਡਮ ਅੱਜ ਨਾ ਪੜਾਓ ਇਸ ਸਿਚੁਏਸ਼ਨ ਨੂੰ ਤੁਸੀਂ ਕਿੱਦਾਂ ਹੈਂਡਲ ਕਰਨਾ ਤੁਸੀਂ ਬੱਚਿਆਂ ਦੀ ਉਸੇ ਸਿਚੁਏਸ਼ਨ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਕਰਦੇ ਹੀ ਨਾ ਪੜਾਉਣ ਵਾਲੀ ਸਿਚੁਏਸ਼ਨ ਤੋਂ ਉਹਨਾਂ ਨੂੰ ਪੜਾਉਣ ਵਾਲੀ ਸਿਚੁਏਸ਼ਨ ਵਿੱਚ ਲੈ ਆਉਣਾ ਗੱਲਬਾਤ ਕਰਦੇ ਕਰਦੇ ਹੀ ਅਗਰ ਡਾਇਰੈਕਟਲੀ ਉਹਨਾਂ ਨੂੰ ਕਹੋਗੇ ਨਹੀਂ ਮੈਂ ਤਾਂ ਪੜਾਉਣਾ ਹੀ ਪੜਾਉਣਾ 4 स्टूडेंट पढ़ लेंगे बाकी पीछे अनबुझे मन नाल बैठे रहेंगे तो ये स्किल डेवलप हुई उस विच ठीक है तो दिस इज डिस्क्रिप्शन एंड दिस इज रिफ्लेक्शन तो जिस तरह ਅਸੀਂ ਲਿਖਣਾ ਸ਼ੁਰੂ ਕਰਾਂਗੇ ਰਿਫਲੈਕਸ਼ਨ ਤੇ ਓਨਲੀ ਡਿਸਕ੍ਰਿਪਸ਼ਨ ਤੋਂ ਰਿਫਲੈਕਸ਼ਨ ਵੱਲ ਵਧਦੇ ਜਾਵਾਂਗੇ
सो चेंज विद टाइम, रिफ्लैक्शन ਵਿੱਚ ਚੇਂਜ किया टाइम ਨਾਲ, पेपर मोड तो डिजिटल मोड ਵਿੱਚ ਕਨਵਰਟ ਹੋ ਗਈ, ਜਿਸ ਦਾ ਆਪਾਂ ਪਹਿਲਾਂ ਫਾਰਮੈਟ ਦੀ ਗੱਲ ਕੀਤੀ ਹੈ। तो डिजिटल मोड ਵਿੱਚ ਵੀ ਲਿਖੀ ਜਾ ਰਹੀ ਹੈ, ਹੁਣ ਪਹਿਲਾਂ ਸਿਰਫ ਪੇਪਰ ਪੈਨ ਨਾਲ ਲਿਖੀ ਜਾ ਰਹੀ ਸੀ। ਜਿਸ ਤਰ੍ਹਾਂ ਤੁਸੀਂ ਆਪਣੀ ਰਿਫਲੈਕਸ਼ਨ ਨੂੰ ਬੈਟਰ ਵੇ ਨਾਲ ਲਿਖ ਸਕਦੇ ਹੋ, ਉਸ ਨੂੰ ਫੋਲੋ ਕਰਨਾ ਚਾਹੀਦਾ ਹੈ। तो राजा दो सिर्फ मैं कोट करनी है एग्जांपल। द वन इज द रियल फाइट इज बिटवीन यू एंड योर थॉट्स। मेरे किसी फेसबुक फ्रेंड ने, मेरे कोलीग ने गाजियाबाद तो फरीदाबाद तो उन्होंने इंडिपेंडेंस डे पे पोस्ट पाई सी। इसका मीनिंग समझना, द रियल फाइट इज बिटवीन यू एंड योर थॉट्स, रिफ्लेक्शन, ठीक है। एंड सेकंड थिंग मैं आप लिखी है, एजुकेशन विदाउट प्रैक्टिस इज नो यूज। तो रिफ्लैक्शन जिन्ना चिर तक ਅਸੀਂ प्रैक्टिस नहीं करांगे उसकी वो किसी काम नहीं आएगी। साडे रिफ्लैक्शन ਨੂੰ ਸਮਝਿਆ है ਤਾਂ रिफ्लैक्शन एंट्रीज करनिया भी शुरू करनिया ने, मीन रिफ्लेक्टिव जर्नल लिखने भी शुरू करने हैं। इट कैन बी फॉर योर बीएड कोर्स और इट कैन बी फॉर योर पर्सनल लाइफ। बीएड कोर्स तो बाद तुसी अपनी पर्सनल लाइफ विच भी वापस जाना है, तो जे बीएड कोर्स विच पर्सनल लाइफ वास्ते भी कुछ सीख लिया जाए तो दैट इज गुड। तो इस चीज़ नू ऑफ करना। विद दैट गल तो यही भी करनी सी, एक पेपर सीगा टीचर ट्रेनिंग बारे, रिफ्लैक्शन दे टाइम हुण शॉर्ट है, विद इन 1 मिनट साडी मीटिंग खत्म हो जानी है। तो इसको पढ़ सकते हो कि फाइंडिंग रिवील दैट रिफ्लैक्शन इज ए वे टू हेल्प foreign language student teaching to improve their first teaching practice। डायरेक्टली ਤੁਹਾਡੇ ਨਾਲ ਲਿੰਕ ਹੈ। ਰਿਸਰਚ ਵੀ ਕਹਿ ਰਹੀ ਹੈ ਰਿਫਲੈਕਸ਼ਨ ਟੀਚਿੰਗ ਨੂੰ ਇੰਪਰੂਵ ਕਰਦੀ ਹੈ। so these are the references। so thank you। with that I end the topic। ਹੁਣ ਜੋ ਮੀਟਿੰਗ ਖਤਮ ਹੋ ਜਾਣੀ ਹੈ, ਕੁਐਸਚਨ ਆਨਸਰ ਹੈ ਆਪਾਂ ਨੂੰ ਉਹ ਨੈਕਸਟ ਵਿੱਚ ਕੰਟੀਨਿਊ ਕਰਨੇ ਪੈਣਗੇ। so madam host you can proceed with the further proceedings। And sir, we are going to send the next link। जी जी जरूर। स्टूडेंट्स ਤੁਸੀਂ ਆਪਣੇ ਕੁਐਸਚਨਸ ਹੈ ਜੋ ਤਿਆਰ ਕਰ ਸਕਦੇ ਹੋ। ਵਿਦ ਇਨ 2-3 ਮਿੰਟ ਅਸੀਂ ਨਵੀਂ ਮੀਟਿੰਗ ਸ਼ੁਰੂ ਕਰਾਂਗੇ, ਉਸ ਵਿੱਚ ਫਿਰ ਤੁਸੀਂ ਕੁਐਸਚਨ ਪੁੱਛ ਸਕਦੇ ਹੋ। 2-3 ਮਿੰਟ ਵੇਟ ਕਰਨੀ ਪੈਣੀ ਹੈ, ਸਿਮਿਲਰ ਟੂ ਜਿਸ ਤਰ੍ਹਾਂ ਪਹਿਲਾਂ ਹੋਈ ਸੀ। तो टाइम कंस्ट्रेंट करके